31 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਗਲੋਬਲ ਨਿਊਜ਼ ਨੇ ਨਸਲਵਾਦੀ ਫੇਸਬੁੱਕ ਗਰੁੱਪ ਦਾ ਭਾਂਡਾ ਭੰਨਿਆ, ਮੈਂਬਰਾਂ ਦੇ ਟਰੂਡੋ ਨੂੰ ਕਤਲ ਕਰਨ ਦੇ ਖਿਆਲਾਤ ਸਾਹਮਣੇ ਆਏ। ਟੋਰੀ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਪਾਰਟੀ ਵਿੱਚ ਹੀ ਗਰਮਾ ਗਰਮੀ ਸ਼ੁਰੂ। NDP ਵੱਲੋਂ ਚੋਣ ਨਤੀਜੇ ਦਾ ਕੀਤਾ ਜਾਵੇਗਾ ਪੋਸਟਮਾਰਟਮ। ਹੁਣ ਖਬਰਾਂ ਦਾ ਵਿਸਥਾਰ। ਗਲੋਬਲ ਨਿਊਜ਼ ਨੇ ਨਸਲਵਾਦੀ ਫੇਸਬੁੱਕ ਗਰੁੱਪ ਦਾ ਭਾਂਡਾ ਭੰਨ ਦਿੱਤਾ ਹੈ। ਗਲੋਬਲ ਨਿਊਜ਼ ਨੇ ਇਹ ਮਾਮਲਾ ਪ੍ਰਕਾਸ਼ ਵਿੱਚ ਲਿਆਂਦਾ ਹੈ। ਇਸ ਫੇਸਬੁੱਕ ਗਰੁੱਪ ਦੇ 19,000 ਤੋਂ ਵੱਧ ਮੈਂਬਰ ਨੇ ਅਤੇ ਇਹਨਾਂ ਮੈਂਬਰਾਂ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਤਲ ਕਰਨ ਦੀਆਂ ਰੁਚੀਆਂ ਵੀ ਨੇ। ਉਹਨਾਂ ਨੇ ਇਹ ਮਾਮਲਾ ਪ੍ਰਕਾਸ਼ ਵਿੱਚ ਲਿਆਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਨਾ ਸਿਰਫ ਮੁਸਲਮਾਨਾਂ ਨੂੰ ਘਿਰਣਾ ਕਰਦੇ ਨੇ, ਸਗੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਤਲ ਕਰਨ ਦਾ ਇਰਾਦਾ ਵੀ ਰੱਖਦੇ ਨੇ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਪਿੱਛੋਂ ਉਕਤ ਗਰੁੱਪ ਨੂੰ ਬੰਦ ਕਰ ਦਿੱਤਾ ਗਿਆ ਹੈ। ਪਰੰਤੂ ਯਾਦ ਰਹੇ ਕਿ ਪਿਛਲੀਆਂ ਚੋਣਾਂ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁਲੇਟ ਪ੍ਰੂਫ ਜੈਕਟ ਵੀ ਪਾਉਣੀ ਪਈ ਸੀ। ਉਸ ਸਮੇਂ ਪਤਾ ਲੱਗਾ ਸੀ ਕਿ ਟਰੂਡੋ ਨੂੰ ਅਨੇਕਾਂ ਕਿਸਮ ਦੀਆਂ ਧਮਕੀਆਂ ਮਿਲੀਆਂ ਨੇ। ਧਮਕੀਆਂ ਦੇ ਸਰੋਤ ਕੀ ਸਨ ਇਹ ਨਹੀਂ ਸੀ ਦੱਸਿਆ ਗਿਆ, ਪਰੰਤੂ ਅਨੇਕਾਂ ਸਿਆਸੀ ਪੰਡਤਾਂ ਦਾ ਅਨੁਮਾਨ ਹੈ ਕਿ ਇਹ ਧਮਕੀਆਂ ਮੁੱਖ ਤੌਰ 'ਤੇ ਨਸਲਵਾਦੀ ਗਰੁੱਪਾਂ ਵੱਲੋਂ ਆਈਆਂ ਹੋਣਗੀਆਂ, ਕਿਉਂਕਿ ਟਰੂਡੋ ਨੇ ਆਪਣੇ ਪਿਛਲੇ ਸਮੇਂ ਦੌਰਾਨ ਰਿਫਿਊਜੀਆਂ ਲਈ ਦਰਵਾਜ਼ੇ ਖੋਲ੍ਹੇ ਸਨ, ਜਿਸ ਕਾਰਨ ਨਸਲਵਾਦੀਆਂ ਵਿੱਚ ਟਰੂਡੋ ਦੇ ਪ੍ਰਤੀ ਕਾਫੀ ਗੁੱਸਾ ਹੈ। ਵਿਰੋਧੀ ਧਿਰ ਟੋਰੀ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਪਾਰਟੀ ਵਿੱਚ ਹੀ ਗਰਮਾ ਗਰਮੀ ਸ਼ੁਰੂ ਹੋ ਚੁੱਕੀ ਹੈ। ਚੇਤੇ ਰਹੇ 21 ਅਕਤੂਬਰ ਦੀ ਚੋਣ ਵਿੱਚ ਟੋਰੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਟੋਰੀ ਪਾਰਟੀ ਨੇਤਾ ਐਂਡਰਿਊ ਸ਼ੀਅਰ ਨੂੰ ਆਸ ਸੀ ਕਿ ਇਸ ਵਾਰ ਟੋਰੀ ਪਾਰਟੀ ਭਾਰੀ ਬਹੁਮਤ ਲੈ ਕੇ ਜਿੱਤ ਹਾਸਲ ਕਰੇਗੀ, ਪਰੰਤੂ ਅਜਿਹਾ ਨਾ ਹੋ ਸਕਿਆ ਅਤੇ ਉਹਨਾਂ ਦੀ ਕਾਰਗੁਜ਼ਾਰੀ ਉੱਪਰ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਪਾਰਟੀ ਦੇ ਹੀ ਇੱਕ ਸੀਨੀਅਰ ਨੇਤਾ ਪੀਟਰ ਮੈਕਕਿਨਨ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਟੋਰੀ ਪਾਰਟੀ ਜਿੱਤੀ ਹੋਈ ਬਾਜ਼ੀ ਹਾਰ ਗਈ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਾਕੀ ਦੇ ਮੁਕਾਬਲੇ ਦੌਰਾਨ ਨੱਟ ਖਾਲੀ ਹੋਵੇ ਤਾਂ ਮੁਕਾਬਲਾ ਜਿੱਤਣਾ ਆਸਾਨ ਹੁੰਦਾ ਹੈ, ਬਿਲਕੁਲ ਇਹੋ ਜਿਹਾ ਮੌਕਾ ਟੋਰੀ ਪਾਰਟੀ ਕੋਲ ਸੀ ਅਤੇ ਟੋਰੀ ਪਾਰਟੀ ਸਕੋਰ ਕਰਨ ਵਿੱਚ ਫੇਲ ਹੋਈ ਹੈ। ਲਿਹਾਜ਼ਾ ਇਹ ਮੰਨਿਆ ਜਾ ਰਿਹਾ ਹੈ ਕਿ ਐਂਡਰਿਊ ਸ਼ੀਅਰ ਉੱਪਰ ਹੁਣ ਲੀਡਰਸ਼ਿਪ ਤੋਂ ਲਾਂਭੇ ਹੋਣ ਲਈ ਦਬਾਅ ਵਧਣਾ ਸ਼ੁਰੂ ਹੋ ਜਾਵੇਗਾ। ਵਿਰੋਧੀ ਧਿਰ NDP ਵੱਲੋਂ ਵੀ ਚੋਣ ਨਤੀਜਿਆਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। NDP ਦਾ ਕਾਕਸ ਇਕੱਠਾ ਹੋ ਰਿਹਾ ਹੈ ਅਤੇ ਇਸ ਬਾਰੇ ਵਿੱਚ ਵਿਚਾਰ ਚਰਚਾ ਕਰੇਗਾ ਅਤੇ ਵਿਚਾਰਾਂ ਦੇ ਚੰਗੀ ਤਰੀਕੇ ਨਾਲ ਰਿੜਕਿਆ ਜਾਵੇਗਾ ਅਤੇ ਪਾਰਟੀ ਦਾ ਇੱਕ ਹਿੱਸਾ ਮਹਿਸੂਸ ਕਰਦਾ ਹੈ ਕਿ ਇਸ ਵਾਰ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਮਾੜੀ ਸੀ। NDP ਕੋਲ ਪਿਛਲੀ ਵਾਰ 39 ਸੀਟਾਂ ਸਨ, ਜਿਹੜੀਆਂ ਘੱਟ ਕੇ 24 ਰਹਿ ਗਈਆਂ ਨੇ, ਜਿਸ ਨਾਲ NDP ਦੇ ਨੇਤਾ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਉੱਪਰ ਸਵਾਲੀਆ ਚਿੰਨ੍ਹ ਉੱਠਣੇ ਸ਼ੁਰੂ ਹੋ ਚੁੱਕੇ ਨੇ। ਜਗਮੀਤ ਸਿੰਘ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਨੇ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੇਤਾ ਨੇ, ਜਿਸ ਕਾਰਨ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ। ਭਾਵੇਂ ਪਾਰਟੀ ਦਾ ਇੱਕ ਹਿੱਸਾ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਜਗਮੀਤ ਸਿੰਘ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਅਤੇ ਮੁੱਖ ਤੌਰ 'ਤੇ ਉਹਨਾਂ ਦੀ ਕਾਰਗੁਜ਼ਾਰੀ ਚੋਣਾਂ ਸਮੇਂ ਬਿਹਤਰ ਸੀ, ਪਰੰਤੂ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਆਖਰ ਸੀਟਾਂ ਕਿਉਂ ਘਟੀਆਂ। ਖਾਸ ਤੌਰ 'ਤੇ ਉਹਨਾਂ ਇਲਾਕਿਆਂ ਵਿੱਚ ਜਿੱਥੇ NDP ਦਾ ਗੜ੍ਹ ਮੰਨੇ ਜਾਂਦੇ ਸੀ, ਉੱਥੇ ਵੀ NDP ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਜਗਮੀਤ ਸਿੰਘ ਨੂੰ ਵੀ ਸ਼ਾਇਦ ਲੀਡਰਸ਼ਿਪ ਤੋਂ ਲਾਂਭੇ ਹੋਣਾ ਪੈ ਸਕਦਾ ਹੈ। ਕੈਨੇਡਾ ਭਰ ਦੇ ਹਾਈ ਸਕੂਲਾਂ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਜੁੜੇ ਵਿਦਿਆਰਥੀ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਨੇ। CBC ਨੇ ਇਸ ਸੰਬੰਧ ਵਿੱਚ ਸਰਵੇਖਣ ਕੀਤਾ ਹੈ। CBC ਨੇ 4,000 ਨੌਜਵਾਨਾਂ ਦਾ ਸਰਵੇਖਣ ਕੀਤਾ ਹੈ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਵੱਧ ਹੈ ਅਤੇ ਹਾਈ ਸਕੂਲਾਂ ਵਿੱਚ ਪੜ੍ਹਦੇ ਨੇ ਅਤੇ ਇਹ ਬੱਚੇ ਮੁੱਖ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਸਕੂਲਾਂ ਵਿੱਚ ਨਸਲੀ ਤਾਣਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰਦੇ ਨੇ ਅਤੇ ਇਹ ਮਾਮਲਾ CBC ਵੱਲੋਂ ਆਪਣੀ ਵਿਸ਼ੇਸ਼ ਰਿਪੋਰਟ ਵਿੱਚ ਪ੍ਰਕਾਸ਼ 'ਚ ਲਿਆਂਦਾ ਗਿਆ ਹੈ। ਕੁਬੈਕ ਦੀ ਸਰਕਾਰ ਨੇ ਘੱਟ ਗਿਣਤੀਆਂ ਨੂੰ ਇੱਕ ਹੋਰ ਤੋਹਫਾ ਦੇ ਦਿੱਤਾ ਹੈ। ਕੁਬੈਕ ਦੇ ਮੁੱਖ ਮੰਤਰੀ ਫ੍ਰੈਂਕੋਇਸ ਲੈਗਾਰਡ ਦਾ ਕਹਿਣਾ ਹੈ ਕਿ ਹੁਣ ਇੱਥੇ ਆਉਣ ਵਾਲੇ ਪ੍ਰਵਾਸੀਆਂ ਨੂੰ ਕਦਰਾਂ ਕੀਮਤਾਂ ਬਾਰੇ ਵੀ ਟੈਸਟ ਦੇਣਾ ਪਵੇਗਾ ਅਤੇ ਇਸ ਟੈਸਟ ਦੇ ਵਿੱਚ 75% ਦੀ ਅੰਕ ਲੈਣੇ ਪੈਣਗੇ। ਉਸ ਤੋਂ ਪਿੱਛੋਂ ਹੀ ਉਹਨਾਂ ਨੂੰ ਕੁਬੈਕ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾ ਸਕੇਗੀ ਅਤੇ ਉਸੇ ਸੂਰਤ ਵਿੱਚ ਉਹਨਾਂ ਨੂੰ ਇਮੀਗ੍ਰੇਸ਼ਨ ਮਿਲੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਾਹਰੋਂ ਆਉਣ ਵਾਲੇ ਨਵੇਂ ਕੈਨੇਡੀਅਨ ਅਤੇ ਕੁਬੈਕ ਨਿਵਾਸੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਉਣ। ਖਾਸ ਤੌਰ 'ਤੇ ਕੁਬੈਕ ਦੇ ਵਿਵਾਦਗ੍ਰਸਤ ਬਿੱਲ 21 ਦਾ ਸਮਰਥਨ ਕਰਨ। ਚੇਤੇ ਰਹੇ ਇਸੇ ਸਰਕਾਰ ਵੱਲੋਂ ਬਿੱਲ 21 ਲਿਆਂਦਾ ਗਿਆ ਹੈ, ਜਿਸ ਦੇ ਲਾਗੂ ਹੋਣ ਤੋਂ ਪਿੱਛੋਂ ਸਰਕਾਰੀ ਕੰਮਾਂ 'ਤੇ ਲੋਕਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੋਵੇਗੀ, ਜਿਸ ਨਾਲ ਦਸਤਾਰਧਾਰੀ ਸਿੱਖ ਅਤੇ ਨਕਾਬ ਲੈਣ ਵਾਲੀਆਂ ਮੁਸਲਿਮ ਔਰਤਾਂ ਪ੍ਰਭਾਵਿਤ ਹੋ ਰਹੇ ਨੇ ਅਤੇ ਇਸ ਗੱਲ ਨੂੰ ਲੈ ਕੇ ਘੱਟ ਗਿਣਤੀਆਂ ਵਿੱਚ ਪਹਿਲਾਂ ਹੀ ਰੋਸ ਹੈ ਅਤੇ ਹੁਣ ਕੁਬੈਕ ਦੀ ਸਰਕਾਰ ਨੇ ਇਹ ਤੈਅ ਕਰ ਲਿਆ ਹੈ ਕਿ ਨਵੇਂ ਇਮੀਗ੍ਰੈਂਟਾਂ ਨੂੰ ਵੀ ਇਸ ਗੱਲ ਨੂੰ ਪ੍ਰਵਾਨ ਚਾੜਨਾ ਹੋਵੇਗਾ। ਲੈਬਰਾਡੋਰ ਦੇ ਇੱਕ ਮੂਲ ਵਾਸੀ ਕਬੀਲੇ ਵਿੱਚ ਆਤਮ ਹੱਤਿਆਵਾਂ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ।
ਇਸ ਗੱਲ ਨੂੰ ਲੈ ਕੇ ਇਹਨੂੰ ਭਾਈਚਾਰੇ ਦੇ ਕਬੀਲੇ ਦੇ ਆਗੂ ਯੂਜੀਨ ਹਾਰਟ ਕਾਫੀ ਫਿਕਰਮੰਦ ਨੇ। ਉਹਨਾਂ ਦਾ ਕਹਿਣਾ ਕਿ ਪਿਛਲੇ ਸਾਲ ਦੌਰਾਨ ਇਸ ਕਬੀਲੇ ਵਿੱਚ 14 ਵਿਅਕਤੀ ਖੁਦਕੁਸ਼ੀਆਂ ਕਰ ਚੁੱਕੇ ਨੇ, ਜਦੋਂ ਕਿ ਹਾਲ ਹੀ ਦੇ ਵਿੱਚ 10 ਵਿਅਕਤੀਆਂ ਨੇ ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਭਾਈਚਾਰਾ ਢਾਂਚਾਗਤ ਨਸਲਵਾਦ ਤੇ ਗੁਰਬਤ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਇਹ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਸ ਦੀ ਰੋਕਥਾਮ ਦੇ ਲਈ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਨੇ। ਟੋਰਾਂਟੋ ਵਿੱਚ ਗੋਲੀ ਚੱਲੀ ਹੈ ਤੇ 5 ਨੌਜਵਾਨ ਫੱਟੜ ਹੋਏ ਨੇ। ਇਹ ਗੋਲੀ ਕਾਂਡ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਵਾਪਰਿਆ ਹੈ। ਸਿੱਟੇ ਵਜੋਂ 5 ਨੌਜਵਾਨ ਫੱਟੜ ਹੋਏ ਨੇ, ਜਿਨ੍ਹਾਂ ਦੀ ਉਮਰ 16 ਤੋਂ ਲੈ ਕੇ 18 ਸਾਲ ਦੱਸੀ ਜਾ ਰਹੀ ਹੈ। ਇਹਨਾਂ ਵਿੱਚੋਂ 2 ਕੁੜੀਆਂ ਨੇ, ਜਦੋਂ ਕਿ 3 ਮੁੰਡੇ, ਅਤੇ ਕੁਝ ਦੀ ਹਾਲਤ ਖਤਰੇ ਵਿੱਚ ਦੱਸੀ ਜਾ ਰਹੀ ਹੈ। BC ਦੇ ਵਿੱਚ ਇੱਕ ਵਿਅਕਤੀ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਹੋਈ ਹੈ। ਸਿਕਾਮੋਸ ਇਲਾਕੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਹ ਸ਼ੱਕੀ ਹਾਲਤਾਂ ਵਿੱਚ ਗੱਡੀ ਚਲਾ ਰਿਹਾ ਸੀ ਅਤੇ ਉਹ ਰੁਕ ਨਹੀਂ ਸੀ ਰਿਹਾ, ਜਿਸ ਕਰਕੇ ਪੁਲਿਸ ਨੂੰ ਉਸ ਉੱਪਰ ਟੇਜ਼ਰ ਨਾਲ ਵਾਰ ਕਰਨਾ ਪਿਆ ਸੀ। ਟੇਜ਼ਰ ਦਾ ਵਾਰ ਬਿਜਲੀ ਦੇ ਝਟਕੇ ਵਰਗਾ ਹੁੰਦਾ ਹੈ। ਆਮ ਤੌਰ 'ਤੇ ਇਸ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ, ਪਰੰਤੂ ਕੁਝ ਕੇਸਾਂ ਦੇ ਵਿੱਚ ਇਸ ਦੇ ਵਾਰ ਤੋਂ ਪਿੱਛੋਂ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ। ਲਿਹਾਜ਼ਾ 38 ਸਾਲਾ ਕਲੇਟਨ ਡੌਨਲੀ ਦੀ ਇਸ ਕਾਰਵਾਈ ਦੌਰਾਨ ਮੌਤ ਹੋ ਗਈ ਹੈ, ਜਿਸ ਕਾਰਨ ਇਸ ਮਾਮਲੇ ਦੀ ਪੜਤਾਲ ਹੁਣ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਨੂੰ ਸੌਂਪ ਦਿੱਤੀ ਗਈ ਹੈ। ਇੱਕ ਔਰਤ ਨੂੰ ਸੈਕੰਡ ਡਿਗਰੀ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਇਹ ਕਤਲ 2018 ਵਿੱਚ ਹੋਇਆ ਸੀ। ਇਹ ਕਤਲ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਇਲਾਕੇ ਵਿੱਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਸ਼ੈਨਨ ਵਾਟਸ ਨਾਂ ਦੀ ਇਸ ਔਰਤ ਨੇ ਕਥਿਤ ਤੌਰ 'ਤੇ ਆਪਣੇ ਕਾਮਨ ਲਾਅ ਪਤੀ ਸ਼ੇਨ ਟੋਲਮੀ 'ਤੇ ਚਾਕੂ ਨਾਲ ਵਾਰ ਕੀਤਾ ਸੀ, ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ ਸੀ। ਉਸ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਹੁਣ ਉਸ ਨੂੰ ਸੈਕੰਡ ਡਿਗਰੀ ਕਤਲ ਦੇ ਮਾਮਲੇ ਵਿੱਚ ਚਾਰਜ ਕਰ ਲਿਆ ਗਿਆ ਹੈ। BC ਦੇ ਇੱਕ ਟੀਚਰ ਦਾ ਲਾਇਸੈਂਸ ਖੋਲ੍ਹਿਆ ਗਿਆ ਹੈ। ਉਸ ਉੱਪਰ 18 ਸਾਲਾ ਵਿਦਿਆਰਥੀ ਨਾਲ ਲਿੰਗਕ ਸੰਬੰਧ ਜੋੜਨ ਦੇ ਦੋਸ਼ ਲੱਗ ਰਹੇ ਨੇ। ਉਕਤ ਟੀਚਰ ਹੁਣ ਸਕੂਲਾਂ ਵਿੱਚ ਕੁਝ ਸਾਲਾਂ ਲਈ ਨਹੀਂ ਪੜ੍ਹਾ ਸਕੇਗਾ। ਉਸ ਤੋਂ ਉਸ ਦਾ ਲਾਇਸੈਂਸ ਇੱਕ ਜਾਂਚ ਤੋਂ ਪਿੱਛੋਂ ਖੋਲ੍ਹਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਕਤ ਟੀਚਰ ਨੇ ਇੱਕ 18 ਸਾਲਾ ਵਿਦਿਆਰਥੀ ਨਾਲ ਸੰਬੰਧ ਜੋੜ ਲਏ ਸਨ, ਮਗਰੋਂ ਦੋਨਾਂ ਦੇ ਵਿਚਾਲੇ ਸਰੀਰਕ ਸੰਬੰਧ ਬਣ ਗਏ ਸਨ। ਅਸੀਂ ਇਸ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਨਾ ਤਾਂ ਟੀਚਰ ਤੇ ਨਾ ਹੀ ਵਿਦਿਆਰਥੀ ਨਾਂ ਜਾਰੀ ਕੀਤੇ ਗਏ ਨੇ। ਇਸੇ ਐਤਵਾਰ ਨੂੰ ਘੜੀਆਂ 1 ਘੰਟਾ ਪਿੱਛੇ ਹੋ ਰਹੀਆਂ ਨੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਡੇਲਾਈਟ ਸੇਵਿੰਗ ਟਾਈਮ ਦੀ ਪ੍ਰਣਾਲੀ ਅਨੁਸਾਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ, ਪਰੰਤੂ BC ਦੀ ਵਿਧਾਨ ਸਭਾ ਵਿੱਚ ਅੱਜ ਇੱਕ ਅਹਿਮ ਮਤਾ ਲਿਆ ਜਾ ਰਿਹਾ ਹੈ, ਜਿਸ ਦੇ ਲਾਗੂ ਹੋਣ ਤੋਂ ਪਿੱਛੋਂ ਇਸ ਪ੍ਰਣਾਲੀ ਵਿੱਚ ਵੱਡੀ ਸੋਧ ਹੋਣ ਵਾਲੀ ਹੈ। ਕੀ ਇਸ ਵਿੱਚ NDP ਸਰਕਾਰ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ, ਪਰੰਤੂ ਅੱਜ ਇਹ ਬਿੱਲ ਬਕਾਇਦਾ ਪੇਸ਼ ਹੋਵੇਗਾ। ਅਕਤੂਬਰ ਵਿੱਚ ਭਾਰੀ ਬਾਰਿਸ਼ ਕਾਰਨ ਪੰਪਕਿਨ ਦੀ ਫਸਲ ਤਬਾਹ ਹੋਈ ਹੈ। ਚੇਤੇ ਰਹੇ ਅੱਜ ਹੈਲੋਵੀਨ ਹੈ ਅਤੇ ਲੋਕ ਘਰਾਂ ਦੇ ਬਾਹਰ ਪੰਪਕਿਨ ਲਿਆ ਕੇ ਸ਼ਿੰਗਾਰ ਕੇ ਰੱਖ ਰਹੇ ਨੇ, ਪਰੰਤੂ ਬਹੁਤੇ ਸਟੋਰਾਂ ਦੇ ਵਿੱਚ ਜਾਂ ਤਾਂ ਪੰਪਕਿਨ ਉਪਲਬਧ ਨਹੀਂ ਅਤੇ ਜਾਂ ਫਿਰ ਉਹ ਪੰਪਕਿਨ ਮਾੜੀ ਹਾਲਤ ਵਿੱਚ ਨੇ। ਅਨੇਕਾਂ ਸਟੋਰਾਂ 'ਤੇ ਉਹ ਗਲੇ ਸੜੇ ਪਏ ਹੋਏ ਨੇ ਜਾਂ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਅਤੇ ਪੰਪਕਿਨ ਬੀਜਣ ਵਾਲਿਆਂ ਦਾ ਕਹਿਣਾ ਕਿ ਇਸ ਵਾਰ ਅਕਤੂਬਰ ਵਿੱਚ ਭਾਰੀ ਮੀਂਹ ਕਾਰਨ ਪੰਪਕਿਨ ਦੀ ਫਸਲ ਤਬਾਹ ਹੋਈ ਹੈ ਅਤੇ ਨਤੀਜੇ ਬੜੇ ਮਾੜੇ ਨਿਕਲੇ ਨੇ, ਜਿਸ ਕਾਰਨ ਮਾੜੇ ਕੱਦੂਆਂ ਦਾ ਮਾਰਕੀਟ ਵਿੱਚ ਤਾਂਤਾ ਲੱਗ ਚੁੱਕਿਆ ਹੈ। ਭਾਰਤ ਦੀ ਚਰਚਿਤ ਪੱਤਰਕਾਰ ਨੇਹਾ ਦੀਕਸ਼ਿਤ ਵੈਨਕੂਵਰ ਪਹੁੰਚ ਰਹੀ ਹੈ। ਨੇਹਾ ਦੀਕਸ਼ਿਤ 2 ਨਵੰਬਰ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰੇਗੀ। ਨੇਹਾ ਦੀਕਸ਼ਿਤ ਉਹ ਬਹਾਦਰ ਔਰਤ ਹੈ ਜਿਸ ਨੇ ਭਾਰਤ ਦੇ ਵਿੱਚ ਕੱਟੜਪੰਥੀ ਹਿੰਦੂ ਸੰਗਠਨ RSS ਦੇ ਸਕੂਲਾਂ ਦੇ ਵਿੱਚ ਆਦੀਵਾਸੀ ਬੱਚਿਆਂ ਦੀ ਹਿੰਦੂਕਰਨ ਦਾ ਭਾਂਡਾ ਭੰਨਿਆ ਸੀ। ਇਹਨਾਂ ਬੱਚਿਆਂ ਨੂੰ ਦੂਰ ਦਰਾਡੇ ਦੇ ਸੂਬਿਆਂ ਤੋਂ ਲਿਆ ਕੇ ਪੰਜਾਬ ਤੇ ਗੁਜਰਾਤ ਦੇ RSS ਸਕੂਲਾਂ ਵਿੱਚ ਛੱਡਿਆ ਜਾਂਦਾ ਰਿਹਾ ਹੈ, ਜਿੱਥੇ ਉਹਨਾਂ ਦਾ ਹਿੰਦੂਕਰਨ ਕੀਤਾ ਜਾਂਦਾ ਰਿਹਾ ਹੈ ਅਤੇ ਉਹਨਾਂ ਨੂੰ ਕੱਟੜ ਹਿੰਦੂਵਾਦ ਦੀ ਪਾਨ ਚਾੜੀ ਜਾਂਦੀ ਰਹੀ ਹੈ। ਅਤੇ ਉਸਨੇ ਆਊਟਲੁੱਕ ਦੇ ਵਿੱਚ ਇੱਕ ਲੰਮਾ ਲੇਖ ਲਿਖ ਕੇ ਇਸ ਪੂਰੇ ਮਾਮਲੇ ਦਾ ਭਾਂਡਾ ਭੰਨ ਦਿੱਤਾ ਸੀ, ਜਿਸ ਤੋਂ ਪਿੱਛੋਂ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਸਨ। ਇੱਥੋਂ ਤੱਕ ਕਿ ਨੇਹਾ ਦੀਕਸ਼ਿਤ ਨੇ ਉੱਤਰ ਪ੍ਰਦੇਸ਼ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਵੀ ਭਾਂਡਾ ਭੰਨਿਆ ਸੀ। ਚੇਤੇ ਰਹੇ ਉੱਤਰ ਪ੍ਰਦੇਸ਼ ਦੇ ਵਿੱਚ ਗਿਣ ਮਿਥ ਕੇ ਮੁਸਲਿਮ ਭਾਈਚਾਰੇ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਨੇ। ਨੇਹਾ ਦੀਕਸ਼ਿਤ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਦੋਨਾਂ ਖੋਜ ਰਿਪੋਰਟਾਂ ਬਾਰੇ ਅਹਿਮ ਗੱਲਬਾਤ ਕਰੇਗੀ। ਖਾਸ ਤੌਰ 'ਤੇ ਉਸਦੀ ਪਹਿਲੀ ਰਿਪੋਰਟ ਇੱਥੋਂ ਦੇ ਮੂਲ ਵਾਸੀਆਂ ਅਤੇ ਕੈਨੇਡੀਅਨ ਲੋਕਾਂ ਲਈ ਕਾਫੀ ਦਿਲਚਸਪ ਰਹੇਗੀ। ਇੱਥੇ ਵੀ ਅਤੀਤ ਵਿੱਚ ਬਸਤੀਵਾਦੀਆਂ ਵੱਲੋਂ ਆਦੀਵਾਸੀ ਬੱਚਿਆਂ ਨੂੰ ਜਬਰੀ ਕ੍ਰਿਸਚਨ ਸਕੂਲਾਂ ਵਿੱਚ ਭੇਜਿਆ ਜਾਂਦਾ ਸੀ ਅਤੇ ਉਹਨਾਂ ਦਾ ਕ੍ਰਿਸਚਨਕਰਨ ਕੀਤਾ ਜਾਂਦਾ ਸੀ, ਜਿਸ ਕਾਰਨ ਕੈਨੇਡਾ ਦੀ ਸਰਕਾਰ ਨੂੰ ਦੁਨੀਆ ਭਰ ਵਿੱਚ ਰੁਸਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰੰਤੂ ਭਾਰਤ ਵਿੱਚ RSS ਵੱਲੋਂ ਇਹ ਪਰੰਪਰਾ ਅਜੇ ਵੀ ਬਾਦਸਤੂਰ ਜਾਰੀ ਹੈ। ਅਤੇ ਅੰਤ ਵਿੱਚ ਤਬਸਰਾ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲੱਗਣੇ ਸ਼ੁਰੂ ਹੋ ਚੁੱਕੇ ਨੇ। ਚੇਤੇ ਰਹੇ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਦੇਸ਼ ਭਰ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਅਤੇ ਮ੍ਰਿਤਕਾਂ ਦੀ ਯਾਦ ਵਿੱਚ ਹਰ ਸਾਲ ਉੱਤਰੀ ਅਮਰੀਕਾ ਵਿੱਚ ਖੂਨਦਾਨ ਕੈਂਪ ਲਾਏ ਜਾਂਦੇ ਨੇ।
ਇਹ ਮੁਹਿੰਮ BC ਤੋਂ ਹੀ ਸ਼ੁਰੂ ਹੋਈ ਸੀ। ਇਹ ਮੁਹਿੰਮ ਸਿੱਖ ਨੇਸ਼ਨ ਵੱਲੋਂ 1999 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਮੁਹਿੰਮ ਨੂੰ 20 ਸਾਲ ਪੂਰੇ ਹੋ ਚੁੱਕੇ ਨੇ ਅਤੇ ਉਸ ਕਤਲੇਆਮ ਦੀ 35ਵੀਂ ਵਰ੍ਹੇਗੰਢ ਦੇ ਮੌਕੇ 'ਤੇ ਵੱਖ-ਵੱਖ ਥਾਵਾਂ 'ਤੇ ਖੂਨਦਾਨ ਕੈਂਪ ਲਾਏ ਜਾ ਰਹੇ ਨੇ। ਇਸ ਕੈਂਪੇਨ ਰਾਹੀਂ ਹੁਣ ਤੱਕ 1,40,000 ਮਨੁੱਖੀ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਇੱਕ ਤਰੀਕੇ ਨਾਲ ਸਿੱਖਾਂ ਦੀ ਇਹ ਨਫ਼ਰਤ ਸੰਗ ਪਿਆਰ ਦੀ ਜੰਗ ਹੈ, ਜਿਸ ਵਿੱਚ ਸਿੱਖ ਭਾਈਚਾਰੇ ਨੇ ਜਿੱਤ ਹਾਸਲ ਕੀਤੀ ਹੈ। ਇਸ ਮੁਹਿੰਮ ਦੇ ਨਾਲ ਨਾ ਸਿਰਫ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਅੰਤਰਰਾਸ਼ਟਰੀ ਪੱਧਰ 'ਤੇ ਪਸਰੀ ਹੋਈ ਚੁੱਪੀ ਟੁੱਟੀ ਹੈ, ਸਗੋਂ ਇਸ ਨਾਲ ਸਿੱਖ ਭਾਈਚਾਰੇ ਦਾ ਅਕਸ ਵੀ ਕਾਫੀ ਵਧੀਆ ਬਣਿਆ ਹੈ ਅਤੇ ਭਾਈਚਾਰੇ ਦਾ ਕਾਫੀ ਆਦਰ ਮਾਣ ਵਧਿਆ ਹੈ। ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਲੋੜ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ